अपना सब कुछ वेच के भी किसी वेले झोने के पानी लिए जो कोई हुंदा असीं करन नूं तैयार हुंदे आ। ते ਉਹਦੇ ਭਾਵੇਂ ਡਰਾਟ ਆ ਜਾਏ, ਸੋਕਾ ਆ ਜਾਏ, ਕੁਝ ਹੋ ਜਾਏ, ਅਸੀਂ ਆਨੇ ਆ ਵੀ ਜੋ ਮਰਜ਼ੀ ਜਾਨ ਮਾਰ ਕੇ ਅਸੀਂ ਇਹਦੇ ਤੇ ਕਰ ਦਿੰਦੇ ਆ ਔਰ ਅਸੀਂ ਉਹਦੀ ਪ੍ਰੋਡਕਸ਼ਨ ਨਹੀਂ ਘਟਣ ਦਿੰਦੇ। ਲੱਗਦਾ ਇਸ ਕਰਕੇ ਆ ਵੀ ਸ਼ਾਇਦ ਇਹ ਤੇ ਕਲੈਮਟੀ ਦਾ ਅਸਰ ਨਹੀਂ, ਲੇਕਿਨ ਉਹ ਕਲੈਮਟੀ ਜਿਹਨੂੰ ਅਸੀਂ ਭਰਪਾਈ ਜਿਹਦੀ ਕਰਦੇ ਆ, ਉਹ ਭਰਪਾਈ ਜਿਹੜੀ ਉਹ ਇਨਸ਼ੋਰ ਹੋਣੀ ਚਾਹੀਦੀ ਹੈ ਕਿ ਉਹ ਫਾਰਮਰ ਅਗਰ ਉੱਤੇ ਆ ਰਿਹਾ ਤਾਂ ਉਹਨੂੰ ਮਿਲੇ। जी मोंगिया जी, आप एक प्राइवेट इंश्योरेंस कंपनी से हैं, मालवे के इलाके में जहाँ पे काफ़ी फसल को नुकसान हुआ है, वहाँ कितना एरिया क्रॉप इंश्योरेंस के नीचे है? उसमें कोई भी किसी भी एरिया के अंदर क्रॉप इंश्योरेंस के नीचे कोई नहीं था, क्योंकि वैसे पंजाब में कितना एरिया इस समय क्रॉप इंश्योरेंस के नीचे है? जैसे अभी सिद्धू जी ने बताया और डॉक्टर साहब ने भी बताया कि इस समय कोई भी स्कीम पंजाब के अंदर, कोई भी इंश्योरेंस स्कीम पंजाब के अंदर लागू नहीं है, तो इसलिए पंजाब के अंदर इस समय कोई भी रकबा जो है वो इंश्योरेंस के अंदर नहीं आता है। और हरियाणा में कितनी इस समय कितनी फसल क्रॉप इंश्योरेंस के नीचे है? हाँ, हरियाणा में पिछले 3 सीजन से पायलट बेस पे वेदर बेस्ड क्रॉप इंश्योरेंस लागू की गई है वहाँ की सरकार की मदद से, जिसके अंदर कुछ सब्सिडी पार्ट है, कुछ फार्मर को देना है। कितने जिलों में हरियाणा में अभी लागू हुई है ये पिछले 3 सीजन में 3 ब्लॉक्स के अंदर लागू की गई थी और इस साल इसको बढ़ा के 4 ब्लॉक्स कर दिया गया है। तो आपका क्या लगता है कि हरियाणा में अगर ये इंप्लीमेंट हो रही है तो पंजाब में इंप्लीमेंट क्यों नहीं हुई अभी तक? नहीं, इम्प्लीमेंट तो पंजाब में भी हो सकती है, बट जैसे कि सर ने बताया कि क्योंकि यहाँ पे पानी की मात्रा बहुत ज़्यादा है, अवेलेबिलिटी काफ़ी ज़्यादा है, तो शायद उस सिलसिले के अंदर थोड़ा सा डिले हो रहा है। बट जैसे कि सिद्धू साहब ने बताया कि हम लोग यहाँ के किसान जो है वो सारा अपना कुछ लगा के भी अपनी फसल को बचाते हैं, तो मेरे को लगता है कि यहाँ पे इंश्योरेंस धीरे धीरे लागू हो ही जाएगा। सिद्धू साहब, इस वेले जी हुण वाली सरकार आ, अकाली भाजपा सरकार आ, ये क्रॉप इंश्योरेंस नूं कितनी प्राथमिकता दे रही है? क्रॉप इंश्योरेंस ਨੂੰ प्राथमिकता ਤਾਂ ਦੇ ਰਹੀ ਹੈ, ਪਰ ਬੇਸਿਕਲੀ ਜਿਹੜਾ ਪ੍ਰੋਡਕਟ ਅਵੇਲੇਬਲ ਹੈ, ਜਿਹੜੀ ਸਕੀਮ ਅਵੇਲੇਬਲ ਹੈ, ਉਸ ਸਕੀਮ ਦੇ ਪ੍ਰੋਸ ਐਂਡ ਕੋਨਸ ਦੇ ਉੱਤੇ ਨਿਰਭਰ ਕਰਦਾ ਵੀ ਇਸ ਨੂੰ ਲਾਗੂ ਕਰਨਾ ਕਿ ਨਹੀਂ ਕਰਨਾ। ਪਰ ਜਿਹੜੀ ਹੁਣ ਤੱਕ ਨੈਸ਼ਨਲ ਐਗਰੀਕਲਚਰ ਇੰਸ਼ੋਰੈਂਸ ਸਕੀਮ ਸੀਗੀ ਉਹ ਸਾਨੂੰ ਸੂਟ ਹੀ ਨਹੀਂ ਸੀ ਕਰਦੀ, ਕਿਉਂਕਿ ਉਹ ਤੁਹਾਨੂੰ ਦਿੰਦੀ ਸੀ ਇੰਡੈਮਨਿਟੀ 80% ਜੀ, ਵੀ ਜੇ ਤੁਹਾਡੀ ਯੀਲਡ ਪੰਜਾਬ ਦੀ ਐਵਰੇਜ 45 ਕੁਇੰਟਲ ਹੈ, ਜੇ 32 ਤੋਂ ਥੋੜੀ ਯੀਲਡ ਘਟਦੀ ਹੈ ਤਾਂ ਤੁਹਾਨੂੰ ਕੁਝ ਮਿਲਣਾ ਨਹੀਂ, ਕੁਝ ਮਿਲਣਾ ਨਹੀਂ। ਤਾਂ ਅਸੀਂ ਵੀ ਆਪਟਡ ਆਊਟ, ਅਸੀਂ ਉਸ ਸਕੀਮ ਨੂੰ ਲਾਗੂ ਨਹੀਂ ਕੀਤਾ। ਮੁੜ ਕੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣੀ ਪਿਛਲੇ ਸਾਲ ਰਵੀ ਦੇ ਵਿੱਚ ਪਹਿਲੀ ਵਾਰ। ਪਰ ਸਿੱਧੂ ਸਾਹਿਬ, ਕਈ ਹੋਰ ਸਟੇਟਾਂ ਨੇ, ਆਲਮੋਸਟ 20-22 ਸਟੇਟਾਂ ਨੇ ਉਸ ਸਕੀਮ ਨੂੰ ਇੰਪਲੀਮੈਂਟ ਕੀਤਾ, ਉਹ ਕਿਉਂ ਔਰ ਪੰਜਾਬ ਨੇ ਕਿਉਂ ਨਹੀਂ ਕੀਤਾ? ਉਹ ਇਸ ਲਈ ਕੀਤਾ ਕਿ ਸਾਡੇ ਕੋਲ, ਜਿਵੇਂ ਤੁਸੀਂ ਪਹਿਲਾਂ ਹਰਿਆਣਾ ਦੀ ਵੀ ਗੱਲ ਕਰ ਰਹੇ ਸੀ, ਸਾਡਾ 97% 98% ਏਰੀਆ ਅੰਡਰ ਅਸ਼ੋਰਡ ਇਰੀਗੇਸ਼ਨ ਹੈ। ਉਹਨਾਂ ਸਟੇਟਸ ਦੇ ਵਿੱਚ ਏਰੀਆ ਅੰਡਰ ਇਰੀਗੇਸ਼ਨ ਬਹੁਤ ਜ਼ਿਆਦਾ ਘੱਟ ਹੈ। ਹਰਿਆਣਾ 'ਚ ਵੀ ਇਸ ਕਰਕੇ ਚੱਲ ਰਹੀ ਹੈ, ਜਿਹੜੇ ਬਲੋਕਾਂ ਦੇ ਵਿੱਚ ਚੱਲ ਰਹੀ ਹੈ ਉਹ ਸਾਰੇ ਜਿਹੜੇ ਨੇ ਰੇਨਫੈਡ ਬਲੋਕਸ ਨੇ, ਉੱਥੇ ਪਾਣੀ ਦੀ ਅਵੇਲੇਬਿਲਿਟੀ ਦੀ ਦਿੱਕਤ ਹੈ। ਰੇਨਫੈਡ ਦੇ ਵਿੱਚ ਰਿਸਕਸ ਨੇ ਜਿਹੜੇ ਜ਼ਿਆਦਾ ਨੇ, ਇਰੀਗੇਟਡ ਏਰੀਆ ਦੇ ਵਿੱਚ ਜਿਹੜੇ ਰਿਸਕਸ ਨੇ ਕੰਪੈਰੀਟਿਵਲੀ ਘੱਟ ਨੇ ਪ੍ਰੋਡਕਸ਼ਨ ਰਿਸਕ। ਜਿਵੇਂ ਮਾਨ ਸਾਹਿਬ ਨੇ ਕਿਹਾ ਵੀ ਅਸੀਂ ਤਾਂ ਡੀਜ਼ਲ ਹੀ ਫੂਕਣਾ ਨਾ, ਸਾਡੀ ਕਾਸਟ ਆਫ ਪ੍ਰੋਡਕਸ਼ਨ ਜ਼ਰੂਰ ਵੱਧਦੀ ਹੈ ਪਰ ਅਸੀਂ ਯੀਲਡ ਨਹੀਂ ਘਟਣ ਦਿੰਦੇ। ਤੇ ਇਹ ਜਿਹੜੀ NAIS ਹੈ ਇਹ ਯੀਲਡ ਬੇਸਡ ਸਕੀਮ ਹੈ, ਜਦੋਂ ਯੀਲਡ ਨਹੀਂ ਘਟਦੀ ਤਾਂ ਜੱਟ ਨੂੰ ਕੁਝ ਨਹੀਂ ਮਿਲਦਾ, ਤਾਂ ਅਸੀਂ ਇਸ ਕਰਕੇ ਲਾਗੂ ਨਹੀਂ ਕਰਦੇ। ਤਾਂ ਤੁਹਾਡਾ ਮਤਲਬ ਸੀ ਵੀ ਜਿਹੜੀ ਵੈਦਰ ਬੇਸਡ ਸਕੀਮ ਸੀ ਉਹ ਪੰਜਾਬ 'ਚ ਕਾਮਯਾਬ ਹੋ ਹੀ ਨਹੀਂ ਸਕਦੀ। ਨੈਸ਼ਨਲ ਐਗਰੀਕਲਚਰ ਜਿਹੜੀ NAIS ਹੈ ਉਹ ਵੀ ਸਾਡੇ ਲਾਗੂ ਨਹੀਂ ਹੋ ਸਕਦੀ। ਵੈਦਰ ਬੇਸਡ ਦਾ ਇੱਕ ਡਿਫਰੈਂਟ ਹੈ, ਜਿਹੜੀ NAIS ਹੈ ਵੈਦਰ ਬੇਸਡ ਨਹੀਂ ਹੈ ਜੀ, ਇਹ ਤਾਂ ਯੀਲਡ ਬੇਸਡ ਹੀ ਹੈ। ਜਿਹੜੀ ਵੈਦਰ ਬੇਸਡ ਸਕੀਮ ਹੈ ਉਹ ਇੱਕ ਉਹਦੇ ਡਿਫਰੈਂਟ ਪੈਰਾਮੀਟਰਸ ਨੇ, ਉਹਦੇ 3 ਚੀਜ਼ਾਂ ਦੇ ਉੱਤੇ ਮੁੱਖ ਤੌਰ ਤੇ ਨਿਰਭਰ ਕਰਦਾ ਹੈ। ਟੈਂਪਰੇਚਰ ਦੇ ਉੱਤੇ ਉਹਦੀ ਵੇਰੀਏਸ਼ਨ ਕਿਸ ਤਰ੍ਹਾਂ ਹੁੰਦੀ ਹੈ, ਰੇਨਫਾਲ ਉਹਦੀ ਵੇਰੀਏਸ਼ਨ ਕਿਸ ਤਰ੍ਹਾਂ ਹੁੰਦੀ ਹੈ, ਤੇ ਰਿਲੇਟਿਵ ਹਿਊਮਿਡਿਟੀ ਦੀ, ਜਿਹੜੇ 3 ਮੇਜਰੇਬਲ ਪੈਰਾਮੀਟਰਸ ਨੇ। ਤਾਂ ਉਹਨਾਂ ਦੇ ਬੇਸ ਦੇ ਉੱਤੇ ਅਸੀਂ ਇਹ ਪਾਇਲਟ ਸਕੀਮ 2008 ਦੇ ਵਿੱਚ ਲਾਗੂ ਵੀ ਕੀਤੀ ਸੀ। ਇੱਕ ਬਲਾਕ ਦੇ ਵਿੱਚ ਅਸੀਂ ਉਹਦੇ 'ਚ 5-7 ਲੱਖ ਰੁਪਇਆ ਪ੍ਰੀਮੀਅਮ ਵੀ ਭਰਿਆ ਸਰਕਾਰ ਨੇ ਆਪਦੇ ਕੋਲੋਂ, ਤੇ ਅਸੀਂ ਤਕਰੀਬਨ 2-250 ਕਿਸਾਨਾਂ ਦਾ ਬੀਮਾ ਵੀ ਕਰਾਇਆ ਸੀ। ਪਰ ਕਿਉਂਕਿ ਵੇਰੀਏਸ਼ਨ ਇੰਨੀ ਆਈ ਨਹੀਂ ਤੇ ਕਿਸਾਨਾਂ ਨੂੰ ਸਿਰਫ 63,000 ਰੁਪਇਆ ਕਲੇਮ ਦੇ ਤੌਰ ਤੇ ਮਿਲਿਆ, ਤੇ ਕਿਸਾਨ ਅਗਲੀ ਵਾਰੀ ਜੋ ਨੈਕਸਟ ਈਅਰ ਅਸੀਂ 2009 'ਚ ਕਿਹਾ ਵੀ ਆਪਾਂ ਕਰੀਏ ਤੇ ਕੋਈ ਕਿਸਾਨ ਅੱਗੇ ਨਹੀਂ ਆਇਆ, ਉਹ ਕਹਿੰਦਾ ਵੀ ਫਾਇਦਾ ਹੀ ਕੋਈ ਨਹੀਂ ਹੈ ਇਹਦਾ। ਔਰ ਕਿਉਂਕਿ ਜਿਵੇਂ ਆਪਾਂ ਆਪਣੀ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਵੀ ਅਸੀਂ ਆਪਣਾ ਬੀਮਾ ਕਰਾਉਂਦੇ ਹਾਂ, ਅਸੀਂ ਕਰਾਉਂਦੇ ਹਾਂ 20 ਸਾਲ ਦਾ ਲੌਂਗ ਟਰਮ ਪਾਲਿਸੀ ਹੁੰਦੀ ਹੈ ਵੀ ਬੜਾ ਲੰਮੇ ਪੀਰੀਅਡ ਲਈ ਰਿਸਕ ਕਵਰ ਹੁੰਦਾ ਹੈ। ਕਿਸਾਨ ਦਾ ਰਿਸਕ ਕਵਰ ਹੁੰਦਾ ਵੀ 15 ਜੁਲਾਈ ਤੋਂ ਲੈ ਕੇ 30 ਨਵੰਬਰ ਤੱਕ, ਜਾਂ ਹੁਣ ਸੌਣੀ ਦਾ ਅਸੀਂ ਕਰਨਾ ਹੈ 1 ਜੁਲਾਈ ਤੋਂ ਲੈ ਕੇ 30 ਨਵੰਬਰ ਤੱਕ ਦਾ ਰਿਸਕ ਜਿਹੜੀਆਂ ਕੰਪਨੀਆਂ ਨੇ ਕਵਰ ਕਰਦੀਆਂ ਨੇ। ਟਰਨ ਅਰਾਊਂਡ ਪੀਰੀਅਡ ਬਹੁਤ ਛੋਟਾ ਹੈ, ਤੇ ਜਿਵੇਂ ਇਹਨਾਂ ਨੇ ਕਿਹਾ ਵੀ ਖੇਤੀ ਉਹ ਇਸ ਖੇਤੀ ਦੇ ਪ੍ਰੀਮੀਅਮ ਦੀ ਰਾਸ਼ੀ ਨੂੰ ਕਿਸਾਨ ਇੱਕ ਐਡੀਸ਼ਨਲ ਖਰਚਾ ਸਮਝਦਾ ਹੈ, ਔਰ ਜੇ ਉਹ ਖਰਚਾ ਉਹਨੂੰ ਮੁੜ ਕੇ ਨਹੀਂ ਆਉਂਦਾ ਤਾਂ ਉਹ ਸਮਝਦਾ ਮੈਂ ਕਿਉਂ ਕਰਾਂ। ਮਾਨ ਸਾਹਿਬ, ਜਿਹੜੀ ਇਹ ਸਕੀਮ ਚਲਾਈ ਸੀ 2008 ਦੇ ਵਿੱਚ, ਉਹਦਾ ਫਾਰਮਰਸ ਦਾ ਕੀ ਐਕਸਪੀਰੀਅੰਸ ਸੀਗਾ ਉਹਦੇ ਤੇ? ਕੁਝ ਹੈ ਹੀ ਨਹੀਂ, ਕੋਈ ਸਕੀਮ ਇਸ ਤਰ੍ਹਾਂ ਦੀ ਨਹੀਂ ਸੀ। ਉਹ ਤੇ ਇੱਕ ਕਿਸਮ ਦੀ ਨਾ ਲੋਨ ਇੰਸ਼ੋਰੈਂਸ ਸੀਗੀ। ਜਿਹੜਾ ਲੋਨ ਫਾਰਮਰ ਲੈਂਦਾ ਉਹ ਜਿਹੜੇ ਲੋਨ ਦੇਣ ਵਾਲੇ ਨੇ ਉਹ ਇੰਸ਼ੋਰ ਕਰਦੇ ਸੀ ਕਿ ਲੋਨ ਸਾਨੂੰ ਵਾਪਸ ਆ ਜਾਏਗਾ।
ਉਹ ਕ੍ਰੌਪ ਇੰਸ਼ੋਰੈਂਸ ਤੇ ਹੈ ਹੀ ਨਹੀਂ ਸੀ। ਨਹੀਂ ਇਹ ਨਹੀਂ ਸੀ। ਮਾਈ ਇੰਸ਼ੋਰੈਂਸ ਡਿਫਰੈਂਟ ਹੈ, ਪਰ ਇਹ ਅਸੀਂ ਇੱਕ ਸਿਲੈਕਟਡ ਬਲਾਕ ਦੇ ਵਿੱਚ ਦੋ AIC ਨਾਲ ਮਿਲ ਕੇ ਜਿਹੜੀ ਐਗਰੀਕਲਚਰ ਇੰਸ਼ੋਰੈਂਸ ਕੰਪਨੀ ਔਰ ਜਿਹੜੇ ਮੋਂਗੀਆ ਸਾਹਿਬ ਦੀ ਕੰਪਨੀ, ਇਹਨਾਂ ਨੇ ਮਿਲ ਕੇ ਅਸੀਂ ਵੈਦਰ ਬੇਸਡ ਇੰਸ਼ੋਰੈਂਸ ਸਕੀਮ ਕਿੰਨੇ ਜ਼ਿਲ੍ਹੇ ਤੁਸੀਂ ਕੀਤੀ ਸੀ? ਅਸੀਂ ਇੱਕੋ ਜ਼ਿਲ੍ਹੇ ਦੇ ਵਿੱਚ ਇੱਕ ਬਲਾਕ ਦੇ ਵਿੱਚ ਹੀ ਕੀਤੀ ਸੀ। ਪਾਇਲਟ ਟੈਸਟਿੰਗ ਅਸੀਂ ਉਹਦੀ ਕੀਤੀ ਸੀ। ਕਲਾਨੌਰ ਬਲਾਕ ਅਸੀਂ ਸਿਲੈਕਟ ਕੀਤਾ ਸੀ ਕਿਉਂਕਿ ਉਹ ਥੋੜਾ ਜਿਹਾ ਇਰੀਗੇਟਡ ਵੀ ਹੈ ਤੇ ਉਹਦੇ ਵਿੱਚ ਸਿਲੈਕਟ ਕਰਕੇ ਅਸੀਂ ਇੰਪਲੀਮੈਂਟ ਕੀਤੀ ਸੀ ਔਰ ਸੌਣੀ ਦੇ ਵਿੱਚ ਕੀਤੀ ਸੀ, ਝੋਨੇ ਦੇ ਵਿੱਚ, ਕਿਉਂਕਿ ਸਾਨੂੰ ਐਸੀ ਵੀ ਜੇ ਰੇਨਫਾਲ ਉਸ ਦੀ ਵਿੱਚ ਕੋਈ ਵੇਰੀਏਸ਼ਨ ਆਉਂਦੀ ਹੈ ਜਾਂ ਟੈਂਪਰੇਚਰ ਵਿੱਚ ਕੋਈ ਵੇਰੀਏਸ਼ਨ ਆਉਂਦੀ ਹੈ ਤਾਂ ਉਹਦਾ ਝੋਨੇ ਦੇ ਝਾੜ ਦੇ ਉੱਤੇ ਕੀ ਫਰਕ ਪੈਂਦਾ ਔਰ ਕਿਸਾਨਾਂ ਨੂੰ ਕੀ ਨਿਕਲਦਾ। ਇਹ ਤਾਂ ਵਾਜੇ ਵੈਦਰ ਜਿਹੜੀ ਇਹ ਗੱਲ ਕਰਦੇ ਨੇ ਲੋਨ ਦੀ ਇੰਸ਼ੋਰੈਂਸ, ਉਹ ਤਾਂ ਬੈਂਕਾਂ ਵਾਲੇ ਕਰਦੇ ਨੇ, ਉਹ ਇੱਕ ਡਿਫਰੈਂਟ ਹੈ। वो हाली भी चल रही है, वो हाली भी चल रही है। वैसे सर मैं कहना चाहूंगा कि अगर वो स्कीम 2-3 साल चलती रहती तो शायद नतीजे मतलब वी कुड हैव ए ट्रेंड, हमें एक ट्रेंड आ जाता उसको एनालाइज करने के लिए। 1 साल का ਜ਼ਿਮੀਂਦਾਰਾਂ ਨੂੰ ਸ਼ਾਇਦ ਉਹਦੇ ਬੈਨੀਫਿਟਸ ਨਜ਼ਰ ਆਉਣ ਲੱਗ ਪੈਣੇ ਸੀਗੇ। ਜੀ ਮੈਂ ਹੁਣੇ ਤੁਹਾਡੇ ਕੋਲ ਵਾਪਸ ਆ ਰਿਹਾ। ਹੁਣ ਇੱਥੇ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਕ੍ਰੌਪ ਇੰਸ਼ੋਰੈਂਸ ਉੱਤੇ ਗੱਲਬਾਤ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਕ੍ਰੌਪ ਇੰਸ਼ੋਰੈਂਸ ਦੀ। ਸਿੱਧੂ ਸਾਹਿਬ, ਜਿਹੜੀ ਇਹ ਸਕੀਮ ਨੈਸ਼ਨਲ ਐਗਰੀਕਲਚਰ ਇੰਸ਼ੋਰੈਂਸ ਸਕੀਮ ਹੈ ਜਿਹੜੀ ਕਈ ਥਾਵਾਂ ਤੇ ਚੱਲ ਰਹੀ ਆ, ਉਹਦੇ ਚ ਆਟੋਮੈਟਿਕਲੀ ਜਿਹੜਾ ਵੀ ਬੰਦਾ ਕਿਸੇ ਸਰਕਾਰੀ ਅਦਾਰੇ ਤੋਂ ਲੋਨ ਲੈਂਦਾ ਵਾ ਉਹ ਸਕੀਮ ਥੱਲੇ ਕਵਰਡ ਹੋ ਜਾਂਦਾ ਕ੍ਰੌਪ ਇੰਸ਼ੋਰੈਂਸ ਥੱਲੇ। ਇਹ ਫਿਰ ਇਹ ਕਿਵੇਂ ਹੋਇਆ ਵੀ ਕੁਝ ਰਾਜਾਂ 'ਚ ਲੱਗੀ ਤੇ ਕੁਝ ਰਾਜਾਂ ਦੇ ਵਿੱਚ ਨਹੀਂ ਲਾਗੂ ਹੋਈ? ਨਹੀਂ, ਇਸ ਸਕੀਮ ਨੂੰ ਪਹਿਲਾਂ ਸਕੀਮ ਨੂੰ ਸਟੇਟ ਦੇ ਵਿੱਚ ਲਾਗੂ ਕਰਨ ਵਾਸਤੇ ਸਟੇਟ ਨੂੰ ਨੋਟੀਫਿਕੇਸ਼ਨ ਕਰਨੀ ਪੈਂਦੀ ਹੈ ਵੀ ਅਸੀਂ ਇਹ ਸਕੀਮ ਨੂੰ ਇਸ ਏਰੀਆ 'ਚ ਲਾਗੂ ਕਰਨ ਲਈ ਤਿਆਰ ਹਾਂ। ਜਿੰਨਾ ਚਿਰ ਅਸੀਂ ਉਹ ਨੋਟੀਫਾਈ ਨਹੀਂ ਕਰਦੇ ਉਹਨਾਂ ਚਿਰ ਸਾਡੇ ਲਾਗੂ ਨਹੀਂ ਹੁੰਦੀ ਇਹ। ਅਸੀਂ NAIS ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਕੋਈ ਨੋਟੀਫਿਕੇਸ਼ਨ ਨਹੀਂ ਸੀ ਕੀਤੀ। ਹੁਣ ਜਿਹੜੀ ਮੋਡੀਫਾਈਡ NAIS ਜਿਹੜੀ ਕਿ ਪਿਛਲੇ ਸਾਲ ਤੋਂ ਸ਼ੁਰੂ ਹੋਈ ਹੈ, ਉਹਨੂੰ ਨੋਟੀਫਾਈ ਕਰਨ ਲਈ ਅਸੀਂ 3 ਜ਼ਿਲ੍ਹੇ ਐਤਕੀ ਚੁਣੇ ਨੇ, ਰੋਪੜ, ਹੁਸ਼ਿਆਰਪੁਰ ਤੇ ਗੁਰਦਾਸਪੁਰ। ਉਹਨਾਂ ਲਈ ਅਸੀਂ ਹੁਣ ਨੋਟੀਫਿਕੇਸ਼ਨ ਕਰਨ ਜਾ ਰਹੇ ਹਾਂ। ਉਹਨਾਂ ਦੇ ਵਿੱਚ ਐਤਕੀ ਅਸੀਂ ਬੀਮਾ ਕਰਾਂਗੇ। ਕੋਈ ਨੋਟੀਫਿਕੇਸ਼ਨ ਦਾ ਮਤਲਬ ਇਹ ਹੈ ਕਿ ਜਿਹੜਾ ਪ੍ਰੀਮੀਅਮ ਉਹਦੇ 'ਚ ਵਰਕਆਊਟ ਹੁੰਦਾ ਡਿਫਰੈਂਟ ਸਲੈਬਸ ਦਾ, ਜਿਵੇਂ ਸੀਰੀਅਲਸ ਨੇ, ਆਪਣੀ ਕਣਕ ਹੈ ਜਾਂ ਝੋਨਾ ਹੈ, ਇਹਨਾਂ ਲਈ ਜੇ ਤੁਹਾਡਾ ਪ੍ਰੀਮੀਅਮ ਦੀ ਰਾਸ਼ੀ ਵਰਕਆਊਟ ਕਰਦੇ ਆ ਵੀ ਜਿਵੇਂ ਆਪਣੇ ਝੋਨੇ ਲਈ ਇਹਨਾਂ ਨੇ 45,000 ਰੁਪਇਆ ਕਿਹਾ ਹੈ ਵੀ 45 ਕੁਇੰਟਲ ਸਾਡੀ ਐਵਰੇਜ ਹੈ, 60 ਕੁਇੰਟਲ ਵੈਸੇ ਐਵਰੇਜ ਹੈ ਵੀ 45,000 ਰੁਪਏ ਦਾ ਤੱਕ ਦਾ ਬੀਮਾ ਕਰਨਗੇ ਪਰ ਹੈਕਟੇਅਰ ਦੇ ਹਿਸਾਬ ਨਾਲ। ਜੇ ਬੰਦੇ ਦਾ ਟੋਟਲ ਲਾਸ ਹੁੰਦਾ ਹੈ ਉਹਨੂੰ 45,000 ਰੁਪਇਆ ਦੇਣਗੇ। ਤਾਂ 45,000 ਦਾ ਅਗਰ 2% ਪ੍ਰੀਮੀਅਮ ਤੋਂ 2% ਤੋਂ ਉੱਤੇ ਆਉਂਦਾ ਹੈ ਤਾਂ 2% ਜਿਹੜਾ ਹੈ ਕਿਸਾਨ ਨੇ ਦੇਣਾ, 900 ਰੁਪਇਆ ਕਿਸਾਨ ਨੇ ਦੇਣਾ। ਹੁਣ 3.15 ਇਹਨਾਂ ਨੇ ਸਾਨੂੰ ਪ੍ਰੋਡਕਟ ਬਣਾ ਕੇ ਦਿੱਤਾ ਵੀ 3.15 ਪ੍ਰੀਮੀਅਮ ਲਵਾਂਗੇ ਤਾਂ 1350 ਰੁਪਏ ਬਣਦਾ। ਜਿਹੜੇ ਬਾਕੀ ਨੇ 450 ਉਹ ਪੰਜਾਬ ਸਰਕਾਰ ਨੇ ਤੇ ਭਾਰਤ ਸਰਕਾਰ ਨੇ ਅੱਧੋ-ਅੱਧੀ ਦੇਣੇ ਨੇ, ਸਟੇਟ ਗਵਰਨਮੈਂਟ ਨੇ ਤੇ ਭਾਰਤ ਗਵਰਨਮੈਂਟ ਨੇ। ਤਾਂ ਇਸ ਲਈ ਸਕੀਮ ਜਿਹੜੀਆਂ ਸਟੇਟਾਂ 'ਚ ਲਾਗੂ ਹੈ ਉਹ ਸਟੇਟਾਂ ਪਹਿਲਾਂ ਬਜਟ ਪ੍ਰੋਵੀਜ਼ਨ ਕਰਦੀਆਂ ਨੇ, ਨੋਟੀਫਿਕੇਸ਼ਨ ਕਰਦੀਆਂ ਨੇ ਤੇ ਉਹ ਪ੍ਰੀਮੀਅਮ ਜਿਹੜਾ ਸਾਡਾ ਸ਼ੇਅਰ ਬਣਦਾ ਜਿੰਨਾ ਇਹ ਕਰਨਗੇ ਬੀਮਾ ਉਹਦਾ ਅਸੀਂ ਇਹਨਾਂ ਨੂੰ ਐਡਵਾਂਸ ਦੇਣਾ ਹੈ ਕਿਉਂਕਿ ਲਾਸ ਹੋਵੇ ਨਾ ਹੋਵੇ। ਅਸੀਂ ਜਦੋਂ ਕਿਸਾਨ ਨੇ ਜਿੰਨੇ ਕਿਸਾਨਾਂ ਨੇ ਬੀਮਾ ਕਰਾ ਲਿਆ, ਜਦੋਂ ਇਹਨਾਂ ਨੇ ਸਾਨੂੰ ਬਿੱਲ ਰੇਜ਼ ਕਰਤਾ ਵੀ ਇੰਨੇ ਕਿਸਾਨਾਂ ਨੇ ਇੰਨੇ ਹਜ਼ਾਰ ਹੈਕਟੇਅਰ ਦਾ ਬੀਮਾ ਕਰਾਇਆ ਹੈ, ਉਹਨੇ ਪੈਸੇ ਸਾਡੇ ਲਈ ਮੈਂਡੇਟਰੀ ਹੈ ਐਡਵਾਂਸ ਪੇਮੈਂਟ ਇਹਨਾਂ ਨੂੰ ਕਰਨੀ। ਜੀ, ਪਰ ਮਾਨ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਕੀਮ NAIS ਦੀ ਜਿਹੜੀ ਸਕੀਮ ਆ ਇਹ ਕੋਈ ਬਹੁਤਾ ਕਾਮਯਾਬ ਹਾਲੀ ਵੀ ਨਹੀਂ ਹੋ ਸਕਦੀ ਜੇ ਉਹਨੂੰ ਭਾਵੇਂ ਯੀਲਡ ਬੇਸਡ ਵੀ ਬਣਾ ਲਈਏ, ਕਿਉਂਕਿ ਇਹ ਸਿਰਫ ਜਿਹੜੇ ਲੋਕੀ ਸਰਕਾਰੀ ਅਦਾਰਿਆਂ ਤੋਂ ਲੋਨ ਲੈਂਦੇ ਸਿਰਫ ਉਹ ਕਵਰਡ ਆ, ਪਰ ਇੱਥੇ ਤੇ ਪੰਜਾਬ ਦੇ ਵਿੱਚ ਤੇ ਬਹੁਤੇ ਲੋਕੀ ਪ੍ਰਾਈਵੇਟ ਆੜਤੀਆਂ ਤੋਂ ਕਰਜ਼ੇ ਲੈਂਦੇ ਆ। ਇਸ ਤਰ੍ਹਾਂ ਕਿ ਇਹ ਕੁਝ ਵੀ ਜਿਹੜੀ ਇਸ ਤਰ੍ਹਾਂ ਦੀਆਂ ਸਕੀਮਾਂ ਨੇ ਉਹਨਾਂ 'ਚ ਇੰਨਾ ਲਿਖਤ ਪੜਤ ਤੇ ਇੰਨਾ ਕਾਗਜ਼ਾਂ ਦਾ ਕੰਮ ਹੁੰਦਾ ਹੈ। ਇਹ ਸਾਰਾ ਕੰਮ ਜਿਹੜਾ ਉਹ ਇੰਨਾ ਕਲੈਰੀਕਲ ਜ਼ਿਆਦਾ ਔਖਾ ਹੋ ਜਾਂਦਾ ਹੈ ਕਿ ਆਮ ਫਾਰਮਰ ਲਈ ਇਹ ਸਾਰਾ ਕੁਝ ਕਰਨਾ ਇਹ ਪੋਸੀਬਲ ਹੀ ਨਹੀਂ, ਇਹ ਪ੍ਰੈਕਟੀਕਲ ਨਹੀਂ। ਦੂਸਰੀ ਗੱਲ ਇਹ ਆਉਂਦੀ ਹੈ ਕਿ ਜਿਹੜਾ ਡਿਫਰੈਂਸ ਹੈ ਇਸ ਸਕੀਮ ਦੇ ਵਿੱਚ ਜਿੰਨੀ ਯੀਲਡ ਘਟਦੀ ਹੈ ਉਹਦਾ ਡਿਫਰੈਂਸ ਇਹਨਾਂ ਕੰਪਨੀਆਂ ਨੇ ਦੇਣਾ। ਜੇ ਕੋਈ ਪ੍ਰਾਈਵੇਟ ਕੰਪਨੀਆਂ ਇੰਸ਼ੋਰੈਂਸ ਦੀਆਂ ਜਿਹੜੀਆਂ ਨੇ ਕੋਈ ਘਾਟੇ ਨੇ ਵੰਜੇ ਤੇ ਚੱਲਣੀ ਨਹੀਂ, ਉਹਨਾਂ ਵੀ ਧੰਦਾ ਕਰਨਾ। ਇਹ ਜਿਹੜੀਆਂ ਸਾਰੀਆਂ ਕੰਪਨੀਆਂ ਨੇ ਗਵਰਨਮੈਂਟ ਨੇ ਜਿਹੜੀਆਂ ਉਹਨਾਂ ਨੂੰ ਸਬਸਿਡੀਜ਼ ਦੇਣੀਆਂ ਨੇ, ਸਾਰਾ ਇੱਕ ਕਿਸਮ ਦਾ ਸਬਸਿਡੀਜ਼ ਜਿੱਦਾਂ ਅੱਗੇ ਫਰਟੀਲਾਈਜ਼ਰਸ ਵਿੱਚ ਕੰਪਨੀਆਂ ਨੂੰ ਸਬਸਿਡੀਜ਼ ਦਿੱਤੀਆਂ, ਜਿੱਦਾਂ ਬੀਆਂ ਵਿੱਚ ਸਬਸਿਡੀਜ਼ ਦਿੱਤੀਆਂ ਤੇ ਘੁਟਾਲੇ ਨਿਕਲਦੇ ਆਉਂਦੇ ਨੇ। ਇਦਾਂ ਦਾ ਇੱਕ ਹੋਰ ਨਾ ਸਾਨੂੰ ਖਤਰਾ ਵੀ ਪਤਾ नहीं कि घोटाले को शुरू हो जाने। आपकी कंपनी और बाकी जो कंपनीज है ये फार्मर्स में जागरूकता लाने के लिए क्या कर रही है? नहीं, उससे पहले मैं सिद्धू साहब के सवाल का जवाब देना चाहता हूँ। पहली चीज कि कोई भी जब भी इंश्योरेंस की स्कीम होती है तो एक्चुअल प्राइसिंग के ऊपर बेस्ड होती है। और सिद्धू साहब को ये जान की खुशी होगी कि अभी हम जो प्रपोजल देने जा रहे हैं उसके अंदर हमने जो प्रीमियम रखा है वो बहुत ही मिनिमम रखा है, जैसे डायरेक्टर सर ने बताया भी है। सेकेंडली, जो यील्ड बेस्ड इंश्योरेंस है वो NAIS के अंदर कुछ इनहेरेंट प्रॉब्लम्स थी, कुछ गलतियां थी, उसको सुधार के मॉडिफाइड NAIS बनाई गई है, जिसको इस साल पंजाब सरकार भी लागू करने जा रही है, मतलब नोटिफाई करने जा रही है। सेकेंडली, कोई भी ऐसा नहीं है कि भाई कोई भी, जैसे सर ने बताया, सिद्धू सर ने बताया कि इंश्योरेंस कंपनियां अपने लॉस में नहीं जाना चाहेंगी। मैं आपको बताना चाहता हूं कि इस प्रोडक्ट के लिए पूरी री इंश्योरेंस सपोर्ट है जो इंटरनेशनल री इंश्योरेंस के थ्रू ली जाती है। तो अगर कोई लॉस मेजर आ भी जाएगा तो हमारे को उसको क्लेम देने में कोई प्रॉब्लम नहीं है क्योंकि वो री इंश्योर्ड है।
लेकिन जैसे मान साहब कह रहे हैं कि जो फार्मर्स हैं उनको ये कागजी कार्रवाई, इतनी लिखित पढ़त जो है जी, वो करने में काफी दिक्कत आती है, तो आप क्या, कंपनीज क्या कोशिश करती हैं कि उनको पहले तो जागरूकता उनमें आए और दूसरी उनको ये मदद मिले ये कागजी कार्रवाई मान साहब आपकी जानकारी के लिए, जितने जो लोनी फार्मर्स है उनको कोई कागज कोई कुछ नहीं भरना है इस स्कीम के अंदर आने के लिए, और जो नॉन लोनी फार्मर्स है उनको भी सेम जो तवज्जो हम लोनी फार्मर्स को दे रहे हैं, सेम टर्म एंड कंडीशंस के ऊपर नॉन लोनी फार्मर्स को भी ये स्कीम प्रोवाइड की जाएगी, जिसके अंदर उनको बहुत मिनिमम सिर्फ अपना नाम, गांव का नाम और कितने एकड़ जमीन का वो इंश्योरेंस कराना चाहते हैं, और ऑफ कोर्स उसके बराबर का प्रीमियम, बस ये 4 चीजें ली जाएंगी और उसके अंदर उनको इंश्योरेंस कर दिया जाएगा। तो जैसे आपने बोला कि कागजी कार्रवाई के अंदर कोई प्रॉब्लम है, तो वो इस स्कीम के अंदर बिल्कुल हटा दिया गया, कागजी कार्रवाई का तो कोई नामो निशान ही नहीं है। ਚੰਗੀ ਗੱਲ ਹੈ, ਲੇਕਿਨ ਜਦੋਂ ਮੌਕਾ ਆਏਗਾ ਉਦੋਂ ਪਤਾ ਲੱਗੇਗਾ। ਨਹੀਂ ਦੂਜਾ ਸੰਧੂ ਸਾਹਿਬ, ਮੈਂ ਇਹ ਵੀ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਵੀ ਇਹ ਲੋਨੀ ਫਾਰਮਰਸ ਲਈ ਕੰਪਲਸਰੀ ਹੈ, ਪਰ ਨਾਨ ਲੋਨੀ ਫਾਰਮਰਸ ਲਈ ਵੀ ਵਲੰਟਰੀ ਹੈ, ਉਹ ਵੀ ਕਰਾ ਸਕਦੇ ਨੇ ਬੀਮਾ। ਇਹ ਨਹੀਂ ਹੈ ਕਿ ਵੀ ਅਸੀਂ ਸਿਰਫ ਲੋਨੀ ਫਾਰਮਰਸ ਨੂੰ ਹੀ ਕਵਰ ਕਰਨਾ। ਲੋਨੀ ਫਾਰਮਰਸ ਲਈ